हाँ जी बेटा, गुड मॉर्निंग। किस तरह हो सारे और किवें होया ਤੁਹਾਡਾ ਕੱਲ ਦਾ ਟੈਸਟ? ਬੇਟੇ ਅੱਜ ਆਪਾਂ ਤੁਹਾਡੇ 1 ਅਗਸਤ 2021 ਨੂੰ ਹੋਏ NTSC ਟੈਸਟ ਦਾ ਜਿਹੜਾ ਸੈਟ ਪਾਰਟ ਸੀ ਸਕੋਲਾਸਟਿਕ ਐਪਟੀਟਿਊਡ ਟੈਸਟ ਉਹਦੇ 15 ਦੇ 15 ਕੁਐਸਚਨ ਆਪਾਂ ਡਿਸਕਸ ਕਰਾਂਗੇ ਤੇ ਦੇਖਣਾ ਤੁਸੀਂ ਆਪਣੇ ਆਨਸਰਸ ਨਾਲ ਮਿਲਾਣਾ ਕਿ ਤੁਹਾਡੇ ਕਿੰਨੇ ਸਹੀ ਹੋਏ ਨੇ। ਠੀਕ ਹੈ ਜੀ, ਤਾਂ ਸ਼ੁਰੂ ਕਰਦੇ ਹਾਂ ਆਪਾਂ ਕੁਐਸਚਨ ਨੰਬਰ 16 ਤੋਂ ਜਿਹੜਾ ਸੀਗਾ ਮੈਥ ਦਾ। Find the sum of all natural numbers which are less than 500 and also which are multiples of 7। ਉਹਨਾਂ ਸਾਰੀਆਂ ਪ੍ਰਾਕਿਰਤਿਕ ਸੰਖਿਆਵਾਂ ਦਾ ਜੋੜ ਪਤਾ ਕਰੋ ਜੋ 500 ਤੋਂ ਘੱਟ ਨੇ ਤੇ 7 ਨਾਲ ਭਾਗ ਹੁੰਦੀਆਂ ਨੇ। ਹੁਣ ਬੇਟੇ ਇਹਨੂੰ ਦੇਖਣ ਲਈ ਪਹਿਲਾਂ ਆਪਾਂ ਨੂੰ ਪਤਾ ਤਾਂ ਹੋਵੇ ਹਨਾ ਵੀ 500 ਤੋਂ ਘੱਟ ਕਿਹੜੀਆਂ-ਕਿਹੜੀਆਂ ਸੰਖਿਆਵਾਂ 7 ਦੇ ਨਾਲ ਭਾਗ ਹੁੰਦੀਆਂ ਨੇ। ਤਾਂ ਆਪਾਂ ਦੇਖੋ ਸ਼ੁਰੂ ਤੋਂ ਸ਼ੁਰੂ ਕਰੋ ਕਿਉਂਕਿ ਇਹਨੇ ਨੈਚੁਰਲ ਨੰਬਰਸ ਕਿਹਾ ਹੈ ਤਾਂ ਆਪਾਂ ਸ਼ੁਰੂ ਕਰਦੇ ਹਾਂ। ਪਹਿਲਾ ਨੈਚੁਰਲ ਨੰਬਰ ਕਿਹੜਾ ਹੁੰਦਾ 7। ਉਸ ਤੋਂ ਬਾਅਦ 14, ਠੀਕ ਹੈ, ਜਿਹੜੇ 7 ਦੇ ਟੇਬਲ 'ਤੇ ਜਾਂਦਾ ਹੈ ਪਹਿਲਾ ਅੱਖਰ 7, ਫਿਰ 14, ਫਿਰ 21, ਇੱਦਾਂ ਆਪਾਂ ਚੱਲਦੇ ਜਾਵਾਂਗੇ। ਹੁਣ ਐਵੇਂ ਥੋੜ੍ਹੀ ਹੈ ਵੀ 500 ਤੱਕ ਸਾਰੇ ਹੀ ਲਿਖਾਂਗੇ, ਇਹ ਤਾਂ ਫਿਰ ਗਲਤ ਹੋ ਜਾਏਗਾ। ਆਪਾਂ ਇਹਨੂੰ ਲੜੀ ਨੂੰ ਕਿੱਦਾਂ ਲਿਖਾਂਗੇ ਰਾਜੇ? 7, 14, 21, ਫਿਰ ਲਾਸਟ ਵਾਲਾ ਲਿਖਾਂਗੇ। ਹੁਣ ਲਾਸਟ 500 ਥੋੜ੍ਹੀ ਹੋਊਗਾ ਜਿਹੜਾ 7 ਦੇ ਟੇਬਲ 'ਤੇ ਜਾ ਰਿਹਾ, ਇਹਨੂੰ 7 ਨਾਲ ਡਿਵਾਈਡ ਕਰੋ, ਕਿੰਨਾ ਆ ਗਿਆ ਬੇਟੇ? ਦੇਖੋ ਇਹਦੇ ਵਿੱਚ 3 ਬਚ ਗਿਆ। ਠੀਕ ਹੈ, ਤਾਂ ਹੁਣ ਜਦੋਂ 3 ਬਚ ਗਿਆ ਇਹਦਾ ਮਤਲਬ ਕਿਹੜਾ ਅੱਖਰ ਜਾਊਗਾ 7 ਦੇ ਪਹਾੜੇ 'ਤੇ? ਜਿਹੜਾ 500 ਤੋਂ 3 ਘੱਟ ਹੋਊਗਾ ਉਹ ਕਿਹੜਾ ਹੋਊਗਾ? 497। ਤਾਂ ਇੱਦਾਂ ਭਾਗ ਕਰਕੇ ਦੇਖ ਲਿਆ ਕਰੋ, ਜਿਹੜਾ ਬਾਕੀ ਬਚਦਾ ਹੈ ਉਹਨੂੰ ਘਟਾ ਦਿਆ ਕਰੋ ਜਿਹੜਾ ਐਂਡ ਪੁਆਇੰਟ ਤੋਂ। ਮਤਲਬ 500 ਸੀ ਨਾ, ਆਪਾਂ 500 ਨਾਲ ਡਿਵਾਈਡ ਕਰ ਰਿਹਾ 7 ਨੂੰ, 3 ਬਚਿਆ ਤਾਂ ਆਪਾਂ 3 ਘਟਾ ਕੇ ਦੇਖ ਲਾਂਗੇ। ਤਾਂ ਇਹ ਆਪਣੇ ਕੋਲੇ ਪੂਰੀ ਸੀਰੀਜ਼ ਬਣ ਗਈ। ਹੁਣ ਆਪਣੇ ਕੋਲ NTSC ਦੇ ਵਿੱਚ ਇੰਨਾ ਟਾਈਮ ਤਾਂ ਹੁੰਦਾ ਨਹੀਂ ਵੀ ਇਹਨੂੰ 5th ਚੈਪਟਰ ਵਾਂਗੂ ਸੋਲਵ ਕਰਾਂਗੇ, ਬਹੁਤ ਵੱਡਾ ਸਮ ਹੋ ਜਾਊਗਾ ਵੀ ਪਹਿਲਾਂ ਇਹਦੀ ਗਿਣਤੀ ਕੱਢੋ ਫਿਰ ਇਹਦਾ ਜੋੜ ਕਰੋ। ਆਪਾਂ ਇਹਦੇ 'ਤੇ ਸ਼ਾਰਟ ਟ੍ਰਿਕ ਲਗਾਵਾਂਗੇ। ਦੇਖੋ ਇਹਦੇ ਵਿੱਚੋਂ 7 ਨੂੰ ਕਾਮਨ ਕੱਢ ਲਓ, ਇੱਥੇ ਕਿੰਨਾ ਰਹਿ ਜਾਊਗਾ 1, 14 'ਤੇ ਕਿੰਨਾ ਰਹਿ ਜਾਊਗਾ 2, 21 'ਤੇ 3। ਆਪਾਂ ਕੀ ਕਰਨਾ ਇਹਦਾ? ਫਾਈਂਡ ਦਾ ਸਮ, ਨਾਲ ਦੀ ਨਾਲ ਪਲੱਸ ਦੀ ਨਿਸ਼ਾਨੀ ਵੀ ਪਾਉਂਦੇ ਜਾਓ ਤੇ ਚੱਲੀ ਜਾ ਰਿਹਾ ਹੈ ਆਨਸਰ। ਤੇ ਆਹ ਲਾਸਟ ਵਾਲਾ ਕਿੰਨਾ ਆ ਜਾਊਗਾ ਆਪਣੇ ਕੋਲੇ? 71। ਹੁਣ ਆਪਾਂ ਨੇ ਸਿਰਫ ਜੋੜ ਕਰਨਾ ਹੈ ਪਹਿਲੀਆਂ 71 ਪ੍ਰਾਕਿਰਤਿਕ ਸੰਖਿਆਵਾਂ ਦਾ। ਤੇ ਇੱਥੇ ਤੁਸੀਂ ਰੂਲ ਯਾਦ ਰੱਖਣਾ ਹੈ ਕਿ ਜਦੋਂ ਪਹਿਲੀਆਂ n ਪ੍ਰਾਕਿਰਤਿਕ ਸੰਖਿਆਵਾਂ ਦਾ ਜੋੜ ਕਰਦੇ ਹਾਂ ਤਾਂ ਉਹਦਾ ਫਾਰਮੂਲਾ ਹੁੰਦਾ n +1/2। ਤਾਂ ਇਹਦੇ ਵਿੱਚ ਆਪਣੇ ਕੋਲੇ ਕਿੰਨੀਆਂ ਨੇ n? 71। ਤਾਂ ਆਪਾਂ ਲਿਖਾਂਗੇ 71, 71 + 1/2। ਇਹਨੂੰ ਸੋਲਵ ਕਰ ਲਾਂਗੇ। 7 × 71 × 72/2। 2 ਨਾਲ 72 ਕੱਟ ਜੂਗਾ, 36 ਆ ਜੂਗਾ। ਅਤੇ ਇਹਨਾਂ ਨੂੰ ਤਿੰਨਾਂ ਸੰਖਿਆਵਾਂ ਨੂੰ ਆਪਾਂ ਗੁਣਾ ਕਰਾਂਗੇ। ਜਿਵੇਂ ਪਹਿਲਾਂ 7 ਨੂੰ 71 ਨਾਲ ਗੁਣਾ ਕਰ ਲਈ, ਫਿਰ 71 ਨੂੰ 36 ਨਾਲ ਗੁਣਾ ਕਰ ਲਈ। ਇਹ ਗੁਣਾ ਕਰਨ ਤੋਂ ਬਾਅਦ ਆਪਣੇ ਕੋਲ ਫਾਈਨਲੀ ਆਨਸਰ ਆਊਗਾ 17,892। ਤਾਂ ਦੇਖੋ ਇਹ ਕਿਹੜੀ ਆਪਸ਼ਨ ਦੇ ਵਿੱਚ ਆ ਰਿਹਾ ਹੈ? 17,892 ਸੈਕਿੰਡ ਆਪਸ਼ਨ ਦੇ ਵਿੱਚ। ਠੀਕ ਹੈ ਜੀ, ਕਲੀਅਰ ਹੋ ਗਿਆ। ਜਦੋਂ ਵੀ ਆਪਣੇ ਕੋਲੇ ਲਗਾਤਾਰ ਸੰਖਿਆਵਾਂ ਹੁੰਦੀਆਂ ਨੇ ਪ੍ਰਾਕਿਰਤਿਕ ਤਾਂ ਉਹਨਾਂ ਦਾ ਜੋੜ ਹੁੰਦਾ n +1/2। ਤਾਂ ਆਪਾਂ ਪਹਿਲਾ ਕੁਐਸਚਨ ਅੱਛੀ ਤਰ੍ਹਾਂ ਕਰ ਲਿਆ। ਹੁਣ ਆਪਾਂ ਚੱਲਦੇ ਹਾਂ ਇਹਦੇ ਸੈਕਿੰਡ ਕੁਐਸਚਨ 'ਤੇ। ਹਾਂਜੀ, ਇਹ ਕੁਐਸਚਨ ਨੂੰ ਧਿਆਨ ਨਾਲ ਦੇਖੋ। ਇਹਦੇ ਵਿੱਚ ਹੈ ਫਾਈਂਡ ਦਾ ਡਿਸਟੈਂਸ ਬਿਟਵੀਨ ਦਾ ਪੁਆਇੰਟ 0, 1 ਐਂਡ ਮਿਡ ਪੁਆਇੰਟ ਆਫ ਦਾ ਲਾਈਨ ਸੈਗਮੈਂਟ ਜੁਆਇਨਿੰਗ ਦਾ ਪੁਆਇੰਟਸ 5, 7 ਐਂਡ 1, 3। ਹੁਣ ਇੱਕ ਤਾਂ ਬਿੰਦੂ ਬੇਟੇ ਆਪਾਂ ਨੂੰ ਦੇਤਾ ਕਿਹੜਾ? 0, 1। ਦੂਸਰਾ ਨਹੀਂ ਉਹਨੇ ਦਿੱਤਾ। ਦੂਸਰਾ ਉਹਨੇ ਕਹਿਤਾ ਕਿ ਆਹ ਦੋਨੇ ਬਿੰਦੂਆਂ ਦਾ ਮੱਧ ਬਿੰਦੂ ਹੈ, ਮਿਡ ਪੁਆਇੰਟ ਹੈ। ਤਾਂ ਪਹਿਲਾਂ ਮਿਡ ਪੁਆਇੰਟ ਫਾਰਮੂਲਾ ਲਗਾਉਣਾ ਪਊਗਾ। ਮਿਡ ਪੁਆਇੰਟ ਫਾਰਮੂਲਾ ਕੀ ਹੁੰਦਾ ਹੈ? ਉਹਨਾਂ ਦੇ x ਦੇ ਕੋਆਰਡੀਨੇਟਸ ਦਾ ਜੋੜ ਓਵਰ 2, y ਦੇ ਕੋਆਰਡੀਨੇਟਸ ਦਾ ਜੋੜ ਓਵਰ 2। ਮਤਲਬ ਆ x ਤੇ x ਹੋ ਗਏ ਨਾ ਕੋਆਰਡੀਨੇਟਸ, ਇਹਨਾਂ ਦਾ ਪਲੱਸ ਕਰਕੇ ਓਵਰ 2 ਕਰਨਾ ਹੈ, y ਤੇ y ਕੋਆਰਡੀਨੇਟ ਦਾ ਪਲੱਸ ਕਰਕੇ ਓਵਰ 2 ਕਰਨਾ ਹੈ। ਆਪਣੇ ਕੋਲੇ ਮਿਡ ਪੁਆਇੰਟ ਆਊਗਾ। ਹੁਣ ਆਪਣੇ ਕੋਲ ਮਿਡ ਪੁਆਇੰਟ ਆ ਗਿਆ। ਦੇਖੋ 5 + 1 6/2, ਇਹ ਆਊਗਾ 6/2, ਇਹ ਆਊਗਾ ਇੱਥੇ 10/2। ਤਾਂ ਪਹਿਲਾ ਕੱਟ ਕੇ ਆ ਗਿਆ ਆਪਣੇ ਕੋਲ 3, ਦੂਸਰਾ ਕੱਟ ਕੇ ਆ ਜਾਊਗਾ ਆਪਣੇ ਕੋਲੇ 5। ਤਾਂ ਸੈਕਿੰਡ ਪੁਆਇੰਟ ਆ ਗਿਆ 3, 5। ਹੁਣ ਇਹਦਾ ਆਪਾਂ ਨੇ ਕੱਢਣਾ ਹੈ ਡਿਸਟੈਂਸ। ਡਿਸਟੈਂਸ ਦਾ ਫਾਰਮੂਲਾ ਕੀ ਹੁੰਦਾ ਹੈ? x2 - x1 ਦਾ ਹੋਲ ਸਕੇਅਰ ਪਲੱਸ y2 - y1 ਦਾ ਹੋਲ ਸਕੇਅਰ ਦਾ ਅੰਡਰ ਰੂਟ। ਤੁਸੀਂ ਉੱਥੇ ਫਾਰਮੂਲਾ ਨਹੀਂ ਲਿਖਣ ਬੈਠਣਾ, ਆਪਣੇ ਕੋਲ ਟਾਈਮ ਬਹੁਤ ਘੱਟ ਹੁੰਦਾ। ਇਹ ਤਾਂ ਜਸਟ ਮੈਂ ਤੁਹਾਨੂੰ ਸਮਝਾਉਣ ਲਈ ਦੱਸ ਰਹੀ ਹਾਂ ਕਿ ਇੱਥੇ ਇਹ ਫਾਰਮੂਲਾ ਲੱਗਣਾ ਸੀ। ਠੀਕ ਹੈ ਜੀ, ਤਾਂ ਕੀ ਫਾਰਮੂਲਾ ਹੁੰਦਾ? ਦੇਖੋ x ਦੇ ਵਿੱਚੋਂ x ਘਟਾਉਣਾ,
3 ਦੇ ਵਿੱਚੋਂ ਆਪਾਂ 0 ਘਟਾਉਣਾ ਹੈ, ਠੀਕ ਹੈ, ਉਹਦਾ ਸਕੇਅਰ ਹੋ ਗਿਆ। ਫਿਰ y ਵਾਲੇ ਕੋਆਰਡੀਨੇਟਸ ਤੋਂ y ਵਾਲਾ ਕੋਆਰਡੀਨੇਟ ਘਟਾਉਣਾ ਹੈ, ਉਹਦਾ ਸਕੇਅਰ ਹੋ ਗਿਆ, ਇਹਦਾ ਰੂਟ ਕੱਢ ਲਿਆ। ਹੁਣ ਇੱਥੇ ਆਪਣੇ ਕੋਲ ਆਊਗਾ 3 ਚੋਂ 0 ਮਾਈਨਸ ਕੀਤੇ 3 ਦਾ ਸਕੇਅਰ ਕੀਤਾ, ਅਗਲੀ ਲਾਈਨ 'ਚ ਲਿਖ ਲਾਂਗੇ। ਚਲੋ 5 ਚੋਂ 1 ਗਏ 4 ਦਾ ਸਕੇਅਰ ਕਰਨਾ, 3 3 ਜ਼ਾਰ 9 4 4 ਜ਼ਾਰ 16 ਅਤੇ ਆਪਣੇ ਕੋਲ ਆ ਜਾਊਗਾ 25 ਦਾ ਅੰਡਰ ਰੂਟ। ਅਤੇ ਫਾਈਨਲੀ ਆਨਸਰ ਕਿੰਨਾ ਆਊਗਾ ਇਹਦਾ 5 ਯੂਨਿਟਸ, ਠੀਕ ਹੈ। ਤਾਂ ਕਿਹੜਾ ਆਨਸਰ ਆਊਗਾ ਇਹਦਾ ਥਰਡ ਆਪਸ਼ਨ 5। ਤਾਂ ਬੇਟੇ ਇਹ ਤਾਂ ਤੁਹਾਨੂੰ ਥੋਰਲੀ ਸਮਝਾਇਆ ਡਿਸਕਸ ਕਰਕੇ ਪੂਰਾ ਵੀ ਕੀ ਫਾਰਮੂਲਾ ਹੁੰਦਾ ਹੈ, ਕਿਵੇਂ ਮਿਡ ਪੁਆਇੰਟ ਕੱਢਣਾ ਹੈ। ਅਤੇ ਜਦੋਂ ਆਪਾਂ ਨੂੰ ਉੱਥੇ ਕੁਐਸਚਨ ਆਊਗਾ ਤਾਂ ਤੁਸੀਂ ਕੀ ਕਰਨਾ, ਫਟਾਫਟ ਆਹ ਪੁਆਇੰਟ ਪੜ੍ਹਿਆ 0 1, ਤੁਹਾਨੂੰ ਦੇਖਿਆ ਵੀ ਇਹਨਾਂ ਦਾ ਮਿਡ ਪੁਆਇੰਟ ਚਾਹੀਦਾ ਹੈ, ਇੱਥੇ ਹੀ ਪੜ੍ਹ ਲਓ। 5 ਤੇ 1 6, 6 ਦਾ ਅੱਧ ਕਰੋਗੇ 3, 7 ਤੇ 3 10, 10 ਦਾ ਅੱਧ ਕਰੋਗੇ 5। ਇਹਨਾਂ ਦੇ ਵਿੱਚ ਡਿਸਟੈਂਸ ਕੱਢਣਾ, ਸਿੱਧਾ ਐਵੇਂ ਲਿਖੋ 3 ਚੋਂ 0 ਤੁਹਾਨੂੰ ਘਟਾਈ ਪਤਾ ਹੈ ਵੀ 3 ਹੈ, 3 ਤੀਏ 9, 5 ਚੋਂ 1 ਘਟਾਇਆ ਤੁਹਾਨੂੰ ਪਤਾ 4 ਹੈ, 4 ਦਾ ਸਕੇਅਰ 16, ਇਹ 25 ਹੋ ਗਿਆ। ਅਤੇ 25 ਦਾ ਜੋੜ ਵਰਗਮੂਲ ਕਿੰਨਾ ਹੋ ਗਿਆ 5। ਤਾਂ ਇੱਦਾਂ ਤੁਸੀਂ ਫਟਾਫਟ ਸੋਲਵ ਕਰਨਾ ਉੱਤੇ। ਹੁਣ ਆਪਾਂ ਚੱਲਦੇ ਹਾਂ ਇਹਦੇ 18ਵੇਂ ਕੁਐਸਚਨ 'ਤੇ। ਇਹ ਸੀਗਾ ਬੇਟੇ ਤੁਹਾਡਾ ਟ੍ਰਿਗਨੋਮੈਟਰੀ 'ਚੋਂ। ਸੋ ਟ੍ਰਿਗਨੋਮੈਟਰੀ ਦੇ ਵਿੱਚੋਂ ਕਾਟ ਦੀ ਵੈਲਿਊਜ਼ ਦੇ ਬਾਰੇ ਕੁਐਸਚਨ ਸੀ। ਦੇਖੋ ਤੁਹਾਨੂੰ ਕਿਹੜੀ ਵੈਲਿਊ ਪਤਾ ਹੈ, ਤੁਹਾਨੂੰ ਕਾਟ 10 ਦੀ ਵੈਲਿਊ ਨਹੀਂ ਪਤਾ, 20 ਦੀ ਨਹੀਂ ਪਤਾ, 17 ਨਹੀਂ ਪਤਾ, 18 ਦੀ ਵੀ ਨਹੀਂ ਪਤਾ, 80 ਦੀ। ਤੁਹਾਨੂੰ ਕਿਹੜੀ ਵੈਲਿਊ ਪਤਾ ਟੇਬਲ ਦੇ ਅਕੋਰਡਿੰਗਲੀ ਕਾਟ 60 ਦੀ। ਤਾਂ ਬਾਕੀ ਸਾਰੀਆਂ ਵੈਲਿਊਜ਼ ਨੂੰ ਉਵੇਂ ਰੱਖ ਲਓ, ਕਾਟ 60 ਦੀ ਵੈਲਿਊ ਤੁਸੀਂ ਭਰ ਲਓ। ਕਾਟ 10, ਕਾਟ 20, ਕਾਟ 60 ਦੀ ਵੈਲਿਊ ਹੁੰਦੀ ਹੈ 1/√3 ਅਤੇ ਕਾਟ 70, ਹੁਣ ਇੱਥੇ ਇੱਕ ਲਾਈਨ 'ਚ ਬੇਟੇ ਕੁਐਸਚਨ ਆਉਣਾ ਨਹੀਂ, ਮੈਨੂੰ ਇੱਥੇ ਲਿਖਣਾ ਪੈ ਰਿਹਾ ਹੈ ਕਾਟ 70 ਅਤੇ ਕਾਟ 80। ਹੁਣ ਆਪਾਂ ਨੂੰ ਟ੍ਰਿਗਨੋਮੈਟਰੀ ਪੜ੍ਹਦੇ ਹੋਏ ਇਹ ਪਤਾ ਹੈ ਕਿ ਕਾਟ ਦਾ ਰੈਸੀਪ੍ਰੋਕਲ ਉਲਟਾ ਕੀ ਹੁੰਦਾ ਹੈ, ਟੈਨ ਹੁੰਦਾ ਹੈ, ਠੀਕ ਹੈ। ਇਹ ਫਸਟ ਲਾਈਨ ਸੀ। ਸੈਕਿੰਡ ਲਾਈਨ 'ਚ ਦੇਖੋ ਆਪਾਂ ਕਾਟ 10 ਲਿਖ ਲਿਆ, ਕਾਟ 20 ਲਿਖ ਲਿਆ, ਇੰਟੂ 1/√3 ਲਿਖ ਲਿਆ, ਇੰਟੂ ਹੁਣ ਜਿਹੜੇ ਆ ਦੋ ਕਾਟ ਨੇ ਇਹਨੂੰ ਆਪਾਂ ਟੈਨ ਦੇ ਵਿੱਚ ਕਨਵਰਟ ਕਰਾਂਗੇ। ਤਾਂ ਕਾਟ 10 ਦੇ ਵਿੱਚ ਕਦੋਂ ਕਨਵਰਟ ਹੁੰਦਾ, ਜਦੋਂ ਆਪਾਂ ਉਹਦੇ ਐਂਗਲ ਨੂੰ 90 ਦੇ ਵਿੱਚੋਂ ਘਟਾਉਂਦੇ ਆ, ਠੀਕ ਹੈ ਜੀ। ਇਹ ਟੈਨ ਬਣ ਜਾਂਦਾ। ਇੱਕ ਮਿੰਟ, ਕਾਟ ਬਦਲਦਾ ਜੀ ਟੈਨ ਦੇ ਵਿੱਚ ਜਦੋਂ ਆਪਾਂ 90 ਦੇ ਵਿੱਚੋਂ ਐਂਗਲ ਘਟਾਉਂਦੇ ਆ, ਠੀਕ ਹੈ। ਅਗਲਾ ਵੀ ਸੇਮ ਕਾਟ ਜਿਹੜਾ ਹੈ ਟੈਨ ਦੇ ਵਿੱਚ ਬਦਲੂਗਾ ਜਦੋਂ ਆਪਾਂ ਉਹਨੂੰ 90 ਦੇ ਵਿੱਚੋਂ ਉਹਦੇ ਐਂਗਲ ਨੂੰ ਘਟਾ ਦਾਂਗੇ, ਕਹਿ ਦੋ ਉਹਦਾ ਪੂਰਕ ਲੈ ਲਾਂਗੇ, ਠੀਕ ਹੈ। ਤਾਂ ਪਹਿਲੇ ਇਹ ਦੂਸਰੀ ਲਾਈਨ ਹੋ ਗਈ ਤੁਹਾਡੀ। ਹੁਣ ਦੇਖੋ ਕਾਟ 10, ਕਾਟ 20, 1/√3, ਇਹ ਇੰਟੂ ਹੀ ਹੈ ਇਹਨਾਂ ਦੇ ਵਿੱਚ, ਠੀਕ ਹੈ। ਮਲਟੀਪਲਾਈ ਦੀ ਨਿਸ਼ਾਨੀ ਹੋਈ ਹੈ ਸਾਰਿਆਂ ਦੇ ਵਿੱਚ, ਆਪਾਂ ਡਾਟ ਪਾ ਸਕਦੇ ਹਾਂ। ਹੁਣ tan 90 - 70 ਲਿਖਿਆ ਤਾਂ ਇਹ ਕਿੰਨਾ ਹੈ, ਇਹਦਾ ਮਤਲਬ tan 20 ਹੈ। tan 90 - 80 ਇਹਦਾ ਮਤਲਬ ਹੈ tan 10 ਹੈ। ਹੁਣ ਕਾਟ 10 ਅਤੇ tan 10 ਕੱਟ ਜਾਣਗੇ, ਇੱਕ ਦੂਜੇ ਦੇ ਉਲਟੇ ਨੇ। ਕਾਟ 20 ਅਤੇ tan 20 ਵੀ ਕੱਟ ਜਾਣਗੇ, ਇੱਕ ਦੂਜੇ ਦੇ ਉਲਟੇ ਨੇ। ਕਿਹੜਾ ਆਨਸਰ ਬਚੂਗਾ 1/√3। ਤਾਂ ਆਪਣੀ ਕਿਹੜੀ ਆਪਸ਼ਨ ਸਹੀ ਆ ਰਹੀ ਹੈ ਇਹਦੇ ਵਿੱਚ, ਫੋਰਥ ਆਪਸ਼ਨ। ਪਰ ਆਪਾਂ ਹੁਣ ਇਹਦੇ ਵਿੱਚ ਇੰਨਾ ਥੋੜ੍ਹੀ ਸੋਲਵ ਕਰਾਂਗੇ ਵੀ ਇਹਨਾਂ ਨੂੰ ਡੀਪਲੀ ਲਿਖਾਂਗੇ ਅਤੇ ਆਪਣਾ ਤਾਂ ਟਾਈਮ ਲੰਘ ਜੂਗਾ। ਫਿਰ ਤੁਸੀਂ ਕੀ ਕਰਨਾ ਹੈ, ਰਕਮ ਨੂੰ ਦੇਖਦੇ ਸਾਰ ਧਿਆਨ ਦਿਓ ਵੀ ਕਿਹਦੀ ਵੈਲਿਊ ਤੁਹਾਨੂੰ ਪਤਾ ਹੈ। ਤੁਹਾਨੂੰ ਇਹਦੀ ਵੈਲਿਊ ਪਤਾ 1/√3। ਆਹ ਤੁਹਾਨੂੰ ਪਤਾ ਵੀ ਕਾਟ 10 ਹੈ, ਠੀਕ ਹੈ। ਤਾਂ ਜਦੋਂ ਤੁਸੀਂ ਕਾਟ 80 ਨੂੰ ਚੇਂਜ ਕਰਨਾ ਹੈ, ਉਹਨੇ tan 10 ਬਣ ਜਾਣਾ, ਕੱਟ ਜਾਣਾ। ਕਾਟ 20 ਅਤੇ ਕਾਟ 70 ਨੇ ਕੱਟ ਜਾਣਾ, ਕਿਉਂਕਿ ਕਾਟ 70 ਨੇ ਕੀ ਬਣ ਜਾਣਾ tan 20। ਹੁਣ ਇਹ ਕੱਟਦੇ ਕਿਵੇਂ ਹੁੰਦੇ ਨੇ ਇਹ ਵੀ ਤੁਹਾਨੂੰ ਦੱਸ ਦਿੰਦੀ ਹਾਂ। ਤਾਂ ਕਾਟ ਕੀ ਹੈ 1/10 ਇੰਟੂ 10, ਤਾਂ ਇਹ tan ਕੱਟ ਹੀ ਸਕਦੇ ਨੇ ਨਾ। ਤਾਂ ਬਸ ਆਪਾਂ ਇੰਨਾ ਕੀ ਸੋਲਵ ਕਰਨਾ ਉੱਥੇ ਵੀ ਬਸ ਇਹਦੀ ਵੈਲਿਊ ਲਿਖਣੀ ਹੈ। ਆਹ ਤੁਹਾਨੂੰ ਪਤਾ ਹੈ ਵੀ ਆਪਸ 'ਚ ਕੱਟ ਜਾਣਗੇ, ਤਾਂ ਕਾਟ 60 ਦੀ ਵੈਲਿਊ 1/√3। ਪ੍ਰੈਕਟਿਸ ਇੰਨੀ ਕਰ ਲੈਣੀ ਹੈ ਕਿ ਇਹਦੇ ਸੋਲਵ ਕਰਨ ਦੀ ਜ਼ਿਆਦਾ ਜ਼ਰੂਰਤ ਨਾ ਪਵੇ। 19ਵਾਂ ਕੁਐਸਚਨ ਦੇਖੋ, ਜੇ ਤੁਹਾਨੂੰ ਪਰਿਭਾਸ਼ਾ ਆਉਂਦੀ ਹੈ, ਡੈਫੀਨੇਸ਼ਨ ਆਉਂਦੀ ਹੈ, ਤਾਂ ਫਟਾਫਟ ਇਹਦਾ ਆਨਸਰ ਦੇ ਲਓਗੇ, ਇਹਨੂੰ ਅੱਧਾ ਸਕਿੰਟ ਵੀ ਨਹੀਂ ਲੱਗਦਾ। ਦ ਮੀਡੀਅਨ ਆਫ ਟ੍ਰਾਇੰਗਲ ਡਿਵਾਈਡਸ ਇਟ ਇੰਟੂ 2 ਕੀ। ਤਾਂ ਪਹਿਲਾਂ ਸੋਚੋ, ਕਿਸੇ ਤ੍ਰਿਭੁਜ ਦੀ ਮੱਧਿਕਾ ਹੈ। ਮੱਧਿਕਾ ਕੀ ਹੁੰਦੀ ਹੈ, ਜਿਹੜੀ ਮੱਧ ਬਿੰਦੂ ਨੂੰ ਉੱਪਰਲੇ ਸਿਖਰ ਨਾਲ ਮਿਲਾਉਂਦੀ ਹੈ। ਤਾਂ ਆਪਾਂ 10th ਦੇ ਵਿੱਚ ਹੀ ਤੁਹਾਨੂੰ ਕੁਐਸਚਨ ਆਊਗਾ 7th ਚੈਪਟਰ ਦੇ ਵਿੱਚ, ਉਹਦੇ ਵਿੱਚ ਆਪਾਂ ਕਰਕੇ ਵੀ ਦੇਖਾਂਗੇ। ਆਪਾਂ ਨੂੰ ਆ ਤਿੰਨੋਂ ਪੁਆਇੰਟਸ ਦਿੱਤੇ ਹੋਣਗੇ, ਇੱਧਰਲੇ ਤਿੰਨੋਂ ਪੁਆਇੰਟਸ ਵੀ ਆਪਾਂ ਇਹਦਾ ਵੀ ਏਰੀਆ ਕੱਢਾਂਗੇ, ਇਹਦਾ ਵੀ ਏਰੀਆ ਕੱਢਾਂਗੇ, ਦੋਨੇ ਏਰੀਆ ਸੇਮ ਆਉਣਗੇ। ਤਾਂ ਡੈਫੀਨੇਸ਼ਨ ਕੀ ਕਹਿੰਦੀ ਹੈ ਵੀ ਜਿਹੜੀ ਮੀਡੀਅਨ ਹੈ ਟ੍ਰਾਇੰਗਲ ਦੀ, ਉਹ ਉਹਨੂੰ ਇਕੁਅਲ ਏਰੀਆਜ਼ ਵਾਲੇ ਦੋ ਟ੍ਰਾਇੰਗਲਾਂ 'ਚ ਵੰਡ ਦਿੰਦੀ ਹੈ, ਜਿਹੜੀ ਮੀਡੀਅਨ ਹੁੰਦੀ ਹੈ, ਠੀਕ ਹੈ। ਜਦੋਂ ਆਪਾਂ ਕਿਸੇ ਟ੍ਰਾਇੰਗਲ ਦੇ ਵਿੱਚ
ਕਿਸੇ ਸਾਈਡ ਦੇ ਮਿਡ ਪੁਆਇੰਟ ਨੂੰ ਸਿਖਰ ਨਾਲ ਮਿਲਾਉਂਦੇ ਆ, ਦੈਟ ਇਜ਼ ਕਾਲਡ ਮੀਡੀਅਨ। ਤੇ ਉਹ ਡਰਾ ਕਰਨ ਦੇ ਨਾਲ ਤੁਹਾਡੀ ਗਿਵਨ ਟ੍ਰਾਇੰਗਲ ਦੋ ਟ੍ਰਾਇੰਗਲਸ 'ਚ ਵੰਡੀ ਜਾਂਦੀ ਹੈ ਔਰ ਉਹਨਾਂ ਦੋਨੋਂ ਟ੍ਰਾਇੰਗਲਸ ਦਾ ਬੇਟਾ ਏਰੀਆ ਸੇਮ ਹੁੰਦਾ। 9th ਦੇ ਵਿੱਚ ਆਪਾਂ ਇਹਦੀ ਥਿਓਰਮ ਸੋਲਵ ਕੀਤੀ ਸੀ, 7th ਦੇ ਵਿੱਚ ਆਪਾਂ ਇਹਨੂੰ ਕੋਆਰਡੀਨੇਟ ਜਿਓਮੈਟਰੀ ਦੇ ਵਿੱਚ ਪ੍ਰੂਫ ਕਰਾਂਗੇ। ਠੀਕ ਹੈ ਜੀ, ਸਮਝ ਆ ਗਿਆ ਇਹ? ਤਾਂ ਇਹਦੀ ਕਿਹੜੀ ਆਪਸ਼ਨ ਆਊਗੀ? 4th ਆਪਸ਼ਨ, ਟ੍ਰਾਇੰਗਲਸ ਆਫ ਇਕੁਅਲ ਏਰੀਆ। ਅਗਲਾ ਕੁਐਸਚਨ ਹੈ ਉਹ ਵੀ ਤੁਸੀਂ ਆਰਾਮ ਨਾਲ ਕਰ ਸਕਦੇ ਹੋ, ਹੈ ਨਾ। ਹਾਊ ਮੈਨੀ ਡਾਇਮੈਂਸ਼ਨਸ ਡਜ਼ ਅ ਸੋਲਿਡ ਹੈਜ਼। ਹੁਣ ਵੀ ਤਾਂ ਤੁਸੀਂ ਕਿਸੇ ਰੂਮ 'ਚ ਬੈਠ ਕੇ ਇਹ ਸਾਰੀ ਵੀਡੀਓ ਦੇਖ ਰਹੇ ਹੋਵੋਗੇ, ਹੈ ਨਾ। ਤਾਂ ਰੂਮ ਦੇ ਵਿੱਚ ਦੇਖੋ ਲੰਬਾਈ ਵੀ ਹੈ, ਚੌੜਾਈ ਵੀ ਹੈ, ਉਚਾਈ ਵੀ ਹੈ। ਤਾਂ ਰੂਮ ਵੀ ਤਾਂ ਇੱਕ ਸੋਲਿਡ ਹੀ ਹੈ ਨਾ, ਕਿਸ ਟਾਈਪ ਦਾ, ਜਾਂ ਤਾਂ ਘਣ ਹੋਊਗਾ ਜਾਂ ਤਾਂ ਘਨਾਭ ਹੋਊਗਾ ਤੁਹਾਡਾ ਕਮਰਾ। ਕੋਈ ਵੀ ਹੋਰ ਸੋਲਿਡ ਚੀਜ਼ ਦੇਖ ਲਓ, ਉਹਦੀ ਲੈਂਥ ਵੀ ਹੁੰਦੀ ਹੈ, ਬ੍ਰੈਡਥ ਵੀ ਹੁੰਦੀ ਹੈ, ਹਾਈਟ ਵੀ ਹੁੰਦੀ ਹੈ, ਲੰਬਾਈ, ਚੌੜਾਈ, ਉਚਾਈ। ਤਾਂ ਇਹਦਾ ਮਤਲਬ ਕਿੰਨੇ ਇਹਦੀਆਂ ਡਾਇਮੈਂਸ਼ਨਸ ਹੋਣਗੀਆਂ ਜੀ? 3। ਸਮਝ ਆ ਗਿਆ ਬੇਟਾ? ਨੈਕਸਟ ਕੁਐਸਚਨ। ਚਲੋ ਜੀ, ਹੁਣ ਆਪਣੇ ਜਿਹੜੇ ਕੁਐਸਚਨ ਸੀਗੇ 5 ਉਹ ਮੈਥ ਦੇ ਖਤਮ ਹੋ ਗਏ। ਹੁਣ ਆ ਗਏ ਆਪਣੇ ਕੋਲੇ ਸਾਇੰਸ ਦੇ ਕੁਐਸਚਨ। ਦ ਰੈਜ਼ਿਸਟਿਵਿਟੀ ਡਜ਼ ਨਾਟ ਚੇਂਜ ਇਫ। ਪ੍ਰਤੀਰੋਧਕਤਾ ਨਹੀਂ ਬਦਲੇਗੀ ਜੇਕਰ। ਹੁਣ ਰੈਜ਼ਿਸਟਿਵਿਟੀ ਬੇਟੇ ਉਦੋਂ ਨਹੀਂ ਚੇਂਜ ਹੁੰਦੀ ਜਦੋਂ ਆਪਾਂ ਉਹਦੀ ਸ਼ੇਪ ਜਿਹੜੀ ਹੈ ਰੈਜ਼ਿਸਟਰ ਦੀ, ਇੱਕ ਮਿੰਟ, ਰੈਜ਼ਿਸਟਰ ਦੀ ਜਿਹੜੀ ਸ਼ੇਪ ਹੈ ਉਹ ਚੇਂਜ ਕਰਦੀ ਹੈ, ਰੋਧਕ ਦਾ ਆਕਾਰ ਬਦਲਦੀ ਹੈ। ਤਾਂ ਉਹਦੇ ਨਾਲ ਉਹਨੂੰ ਕੋਈ ਫਰਕ ਨਹੀਂ ਪੈਂਦਾ। ਤੁਸੀਂ ਜਿਹੜਾ ਰੈਜ਼ਿਸਟਰ ਲਗਾਇਆ ਹੈ ਤੁਹਾਡੇ ਆਪਣੇ ਸਰਕਟ ਦੇ ਵਿੱਚ, ਚਾਹੇ ਉਹ ਲੰਬਾ ਹੈ, ਛੋਟਾ ਹੈ, ਚੌੜਾ ਹੈ, ਮੋਟਾ ਹੈ, ਪਤਲਾ ਹੈ, ਠੀਕ ਹੈ, ਉਹਦੇ ਨਾਲ ਉਹਨੂੰ ਕੋਈ ਫਰਕ ਨਹੀਂ ਪੈ ਰਿਹਾ ਉਹਦੀ ਸ਼ੇਪ ਦੇ ਨਾਲ। ਜੇ ਤੁਸੀਂ ਉਹਦਾ ਮਟੀਰੀਅਲ ਚੇਂਜ ਕਰ ਦੋਗੇ, ਮਤਲਬ ਉਹਦਾ ਐਲੂਮੀਨੀਅਮ ਸੀਗਾ ਤੁਸੀਂ ਪਹਿਲਾਂ ਯੂਜ਼ ਕੀਤਾ ਹੋਇਆ, ਫਿਰ ਤੁਸੀਂ ਕਾਪਰ ਯੂਜ਼ ਕਰ ਲਿਆ, ਤਾਂ ਉਹਦੇ ਨਾਲ ਤਾਂ ਉਹ ਬਦਲੇਗੀ ਉਹ ਰੈਜ਼ਿਸਟਿਵਿਟੀ। ਠੀਕ ਹੈ, ਟੈਂਪਰੇਚਰ ਚੇਂਜ ਕਰੋਗੇ ਤਾਂ ਨੈਚੁਰਲੀ ਹੈ ਕਿ ਉਹ ਚੇਂਜ ਹੋਏਗੀ। ਬੋਥ ਚੇਂਜ ਕਰ ਦੋਗੇ ਫਿਰ ਤਾਂ 100% ਇੱਟ ਵਰਗਾ ਪੱਕਾ ਵੀ ਹਾਂਜੀ ਤੁਹਾਡੀ ਰੈਜ਼ਿਸਟਿਵਿਟੀ ਚੇਂਜ ਹੋ ਜਾਏਗੀ। ਤਾਂ ਕਿਹੜੀ ਆਪਸ਼ਨ ਦੇ ਵਿੱਚੋਂ ਨਹੀਂ ਚੇਂਜ ਹੋਏਗੀ? ਵੈਨ ਦਾ ਸ਼ੇਪ ਆਫ ਦਾ ਰੈਜ਼ਿਸਟਰ ਇਜ਼ ਚੇਂਜਡ, ਮਤਲਬ ਜਦੋਂ ਰੋਧਕ ਦਾ ਆਕਾਰ ਬਦਲਿਆ ਜਾਂਦਾ। ਅਗਲਾ ਕੁਐਸਚਨ ਦੇਖੋ, ਇਹ ਸਭ ਨੂੰ ਪਤਾ ਹੈ, ਠੀਕ ਹੈ, ਸਭ ਨੇ ਆਨਸਰ ਸਹੀ ਕੀਤਾ ਹੋਊਗਾ, ਮੈਨੂੰ ਪੱਕਾ ਯਕੀਨ ਹੈ। ਐਟ ਦਾ ਟਾਈਮ ਆਫ ਸ਼ਾਰਟ ਸਰਕਟ, ਜਦੋਂ ਘਰ 'ਚ ਜਾਂ ਕਿਸੇ ਫੈਕਟਰੀ 'ਚ ਜਾਂ ਕਿਤੇ ਵੀ ਆਪਾਂ ਸੁਣਦੇ ਹਾਂ ਵੀ ਉਹਨੂੰ ਫਲਾਣੀ ਥਾਂ ਵੀ ਸ਼ਾਰਟ ਸਰਕਟ ਹੋ ਗਿਆ ਅਤੇ ਉੱਥੇ ਅੱਗ ਲੱਗ ਗਈ, ਹੈ ਨਾ। ਤਾਂ ਉਹ ਕਿਉਂ ਹੁੰਦਾ ਕਹਿੰਦੇ? ਫਿਰ ਉਸ 'ਚ ਜਿਹੜਾ ਕਰੰਟ ਹੈ ਉਸ ਸਰਕਟ 'ਚ ਉਹਨੂੰ ਕੀ ਹੋ ਜਾਂਦਾ? ਸ਼ਾਰਟ ਸਰਕਟ ਸਮੇਂ ਸਰਕਟ ਵਿੱਚ ਬਿਜਲੀ ਧਾਰਾ ਕੀ ਹੋ ਜਾਂਦੀ ਹੈ? ਬਿਜਲੀ ਧਾਰਾ ਰਿਡਿਊਸ ਕਰਦੀ ਹੈ। ਡਜ਼ਨਟ ਚੇਂਜ, ਚੇਂਜ ਹੀ ਨਹੀਂ ਹੁੰਦੀ। ਇਨਕਰੀਜ਼ ਹੈਵੀਲੀ, ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਕਿ ਵੇਰੀ ਕੰਟੀਨਿਊਸਲੀ, ਮਤਲਬ ਨਿਰੰਤਰ ਬਦਲਦੀ ਹੋਈ ਰਹਿੰਦੀ ਹੈ। ਤਾਂ ਬੇਟੇ ਇਹਦਾ ਸਹੀ ਆਨਸਰ ਹੈ ਇਨਕਰੀਜ਼ ਕਰ ਜਾਂਦੀ ਹੈ ਹੈਵੀਲੀ। ਕਈ ਵਾਰ ਸ਼ਾਰਟ ਸਰਕਟ ਹੋ ਜਾਂਦਾ ਬੇਟੇ ਘਰਾਂ ਦੇ ਵਿੱਚ, ਮਤਲਬ ਕੋਈ ਤਾਰਾਂ ਜੁੜ ਗਈਆਂ ਜਾਂ ਕਈ ਵਾਰ ਕੋਈ ਕਰੰਟ ਜ਼ਿਆਦਾ ਆ ਗਿਆ ਤਾਂ ਉਹਦੇ ਨਾਲ ਜਿਹੜਾ ਹੈ ਤੁਹਾਡੀ ਕੋਈ ਘਰ ਦੀ ਚੀਜ਼, ਜਿਵੇਂ ਫਰਿੱਜ ਹੈ, ਏਸੀ ਹੈ, ਇਹ ਫਿਊਜ਼ ਇਹਨਾਂ ਦਾ ਉੱਡ ਵੀ ਸਕਦਾ, ਖ਼ਰਾਬ ਵੀ ਹੋ ਸਕਦੇ ਨੇ। ਤਾਂ ਇਹਦਾ ਰੀਜ਼ਨ ਕੀ ਹੁੰਦਾ ਹੈ ਕਿ ਜਿਹੜਾ ਸ਼ਾਰਟ ਸਰਕਟ ਦੇ ਵੇਲੇ ਜਿਹੜਾ ਕਰੰਟ ਦਾ ਲੈਵਲ ਹੈ ਉਹ ਇੱਕਦਮ ਇਨਕਰੀਜ਼ ਹੋ ਜਾਂਦਾ। ਠੀਕ ਹੈ ਜੀ, ਸਮਝ ਆ ਗਿਆ ਇਹ ਵਾਲਾ। ਕੁਐਸਚਨ ਨੰਬਰ 23, ਵਿਚ ਆਫ ਦਾ ਫੋਲੋਇੰਗ ਡਿਜ਼ੀਜ਼ ਇਜ਼ ਕਾਜ਼ਡ ਬਾय ਪ੍ਰੋਟੋਜ਼ੋਆ ਟ੍ਰਾਈਪੈਨੋਸੋਮਾ। ਇਹਨੂੰ ਟ੍ਰੀਪੈਨੋਸੋਮਾ ਵੀ ਕਹਿੰਦੇ ਨੇ, ਠੀਕ ਹੈ, ਉਹ ਪ੍ਰੋਨੰਸੀਏਸ਼ਨ ਹੈ, ਕੋਈ ਇਹਨੂੰ ਕਿਸ ਤਰ੍ਹਾਂ ਬੋਲਦਾ, ਕੋਈ ਕਿਸ ਤਰ੍ਹਾਂ ਬੋਲਦਾ। ਜਿਵੇਂ ਹੁਣ ਇਹਨੇ ਪੰਜਾਬੀ ਵਿੱਚ ਟ੍ਰੀਪੈਨੋਸੋਮਾ ਕਿਹਾ, ਠੀਕ ਹੈ, ਟ੍ਰੀਪੈਨੋਸੋਮਾ। ਇਹ ਕੀ ਹੁੰਦਾ? ਕਿਹੜਾ ਹੈ ਪ੍ਰੋਟੋਜ਼ੋਆ ਟ੍ਰਾਈਪੈਨੋਸੋਮਾ ਨਾਲ ਆਪਾਂ ਨੂੰ ਬਿਮਾਰੀ ਹੋ ਜਾਂਦੀ ਹੈ? ਉਹ ਹੈਗੀ ਹੈ ਬੇਟੇ ਕਾਲੀ ਖਾਂਸੀ ਹੋ ਜਾਂਦੀ ਹੈ, ਪੀਲੀਆ ਕਿ ਟਾਈਫਾਈਡ? ਨਹੀਂ ਨਹੀਂ ਨਹੀਂ, ਇਹ ਤਾਂ ਆਪਾਂ ਨੂੰ ਪਤਾ ਕਿਉਂ ਹੁੰਦੇ ਨੇ। ਤਾਂ ਕਿਹੜੀ ਬਿਮਾਰੀ ਹੈ ਬੇਟਾ? ਸਲੀਪਿੰਗ ਸਿਕਨੈਸ, ਨੀਂਦ ਦੀ ਬਿਮਾਰੀ। ਤਾਂ ਜਿਹੜਾ ਪ੍ਰੋਟੋਜ਼ੋਆ ਹੈ ਟ੍ਰੀਪੈਨੋਸੋਮਾ, ਉਹਦੇ ਨਾਲ ਆਪਾਂ ਨੂੰ ਬਿਮਾਰੀ ਹੋ ਜਾਂਦੀ ਹੈ ਸਲੀਪਿੰਗ ਸਿਕਨੈਸ। ਅਤੇ ਕਿਸ ਤਰ੍ਹਾਂ ਦੀ ਬਿਮਾਰੀ ਹੈ ਬੇਟੇ? ਸੌਰੀ, ਗਲਤ ਲੱਗ ਗਈ ਨਿਸ਼ਾਨੀ, ਸਲੀਪਿੰਗ ਸਿਕਨੈਸ, ਠੀਕ ਹੈ। ਇਹਨੂੰ ਆਪਾਂ ਅਫਰੀਕਨ ਸਲੀਪਿੰਗ ਸਿਕਨੈਸ ਵੀ ਕਹਿੰਦੇ ਹਾਂ, ਅਫਰੀਕਨ, ਕਿਉਂਕਿ ਜ਼ਿਆਦਾ ਮੇਨਲੀ ਇਹ ਉੱਧਰ ਸਾਈਡ ਵੱਲ ਪਾਈ ਜਾਂਦੀ ਹੈ। ਇਹਦੇ ਵਿੱਚ ਬੇਟਾ ਸਲੀਪੀਨੈਸ ਜੀ ਹੁੰਦੀ ਰਹਿੰਦੀ ਹੈ, ਜੁਆਇੰਟ ਪੇਨ ਹੁੰਦੀ ਰਹਿੰਦੀ ਹੈ, ਤਾਂ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਨੇ। ਹੁਣ ਦੇਖੋ ਜੀ ਅਗਲਾ ਕੁਐਸਚਨ, ਉਹ ਤੁਹਾਨੂੰ ਆਉਂਦਾ ਹੋਊਗਾ, ਮੈਨੂੰ ਪੱਕਾ ਯਕੀਨ ਹੈ। ਵਾਟ ਇਜ਼ ਦਾ ਮੋਲੀਕਿਊਲਰ ਫਾਰਮੂਲਾ ਆਫ ਓਜ਼ੋਨ। ਓਜ਼ੋਨ ਦਾ ਅਣਵੀ ਸੂਤਰ ਕੀ ਹੈ? ਤਾਂ ਬੇਟੇ ਕਿੰਨੇ ਹੁੰਦੇ ਨੇ ਇਹਦੇ ਵਿੱਚ ਆਕਸੀਜਨ ਦੇ ਅਣੂ? 3। ਉਹ 3 ਇਹਦਾ ਸਹੀ ਆਨਸਰ ਹੈ। ਹਾਂਜੀ, ਅੱਗੇ ਆ ਗਿਆ ਆਪਣੇ ਕੋਲੇ ਇਥਾਈਨ ਦਾ ਅਣਵੀ ਪੁੰਜ ਕਿੰਨਾ? ਮੋਲੀਕਿਊਲਰ ਮਾਸ ਆਫ ਇਥਾਈਨ। ਤਾਂ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਕੀ ਹੋਣਾ ਚਾਹੀਦਾ ਵੀ ਇਥਾਈਨ ਦਾ ਫਾਰਮੂਲਾ ਕੀ ਹੈ? C2H2, ਠੀਕ ਹੈ। ਤਾਂ ਹੁਣ ਜਦੋਂ ਆਪਾਂ ਨੂੰ C2H2 ਪਤਾ ਲੱਗ ਗਿਆ ਤਾਂ ਆਪਾਂ ਅਣਵੀ ਪੁੰਜ ਤਾਂ ਕੱਢ ਹੀ ਦੇਵਾਂਗੇ। ਹਾਂਜੀ, C ਇਹਦਾ ਆਪਾਂ ਲਿਖਾਂਗੇ 12 × 2 ਨੇ ਇਹਦੇ, ਠੀਕ ਹੈ। ਅਤੇ ਹਾਈਡਰੋਜਨ 1 ਹੈ × 2, ਜਿਹੜੇ ਇਹਦੇ
मल्टीप्लाई करके आंसर कढ़ते हैं 12 दूना 24 2 एकम 2 किन्ने बन गए जी 24 ते 2 26। तो हाँ जी ਇਹਦਾ की आंसर आ जाऊगा जी 626। ਕਿਹੜੀ ऑप्शन है वो फर्स्ट ऑप्शन। तो साइंस के सारे क्वेश्चन समझ आ गए। हुण अपने शुरू हो गए बेटा SST के क्वेश्चन। फर्स्ट क्वेश्चन है देखो आइडेंटिफाई द रॉन्ग मैचिंग। की मैचिंग की हुई है देखो इन्हें थोड़ा जूम करके देखते हैं आप। इन्हें कहा कि पॉपूलेशन की डेंसिटी। तो पहला इस शब्द का मतलब समझो घनता जनसंख्या की घनता। ਇਹਦਾ मतलब ਹੁੰਦਾ है कि जिवें हुण 1 किलोमीटर का एरिया 1 किलोमीटर के एरिए दे विच जिन्ने लोग रहिंदे ने उहदी काउंटिंग नूं आपां कहने हुन्ने आ घनता पॉपूलेशन की घनता। हुण किहड़े इलाके दे विच कहंदे भी ये घनता दित्ती हुई है किहड़ी जिहड़ी गलत मैच हुई भी है। नागालैंड है हाँ जी ठीक है। पंजाब है हाँ जी ये भी ठीक है। पंजाब दे भी हरेक किलोमीटर के वर्ग के एरिए दे विच किन्ने बंदे रहिंदे ने 550। अरुणाचल प्रदेश की ठीक है देखो उन्होंने कोल किन्नी जमीन होगी है ना वो 1 किलोमीटर के 17 जने ही रहिंदे ने। तो जिहड़ी बिहार की है बेटे पॉपूलेशन डेंसिटी की रिपोर्ट दित्ती है इन्हें वो गलत है। तो बिहार की जिहड़ी पॉपूलेशन की डेंसिटी है वो हैगी है 1106। मतलब वो 1 किलोमीटर के एरिए दे विच वर्ग के एरिए विच 1106 जने रहिंदे ने। तो देखो उत्थे तो जमी है ना छोटे छोटे घर होणगे या किवें ओह रहिंदे होणगे सोच के देखो। अरुणाचल प्रदेश कोल किन्नी खुली जी थां होगी उत्थे 17 जने ही रह रहे हैं। तो पॉपूलेशन घनता भी समझ आ गई थोनू। तो इस किहड़ा ऑप्शन गलत है वो भी समझ आ गया। ठीक है जी। तो आपां हुण चलदे हां अगले क्वेश्चन ते 27वां क्वेश्चन। ये देखो इन्हें कहा कि फसल पछाणो आइडेंटिफाई द क्रॉप थर्ड मोस्ट इंपॉर्टेंट फूड क्रॉप। कहते एक तो यह तीजी है मोस्ट इंपॉर्टेंट खाण वाली फसल है। रेन फैड क्रॉप है ठीक है। क्रॉप ऑफ मॉइस्ट एरिया एक तो वध वर्खा वाली फसल है एक नमी वाले खेतर च हुंदी है। अगली गल उन्हें की दसी है कहते महाराष्ट्र की यदा सब तो वड्डा उत्पादक है महाराष्ट्र इज़ द लारजेस्ट प्रोड्यूसर। तो किहड़ी हो सकती है बेटा मेज़ तो अपने कन्नी की फसल है ठीक है। बाजरा ये सारे किते फैलिया हुआ महाराष्ट्र वाल घट हुंदा रागी भी नहीं ठीक है। तो किहड़ी होगी बेटा जी जवार। तो यदा सही आंसर होगा जवार। इनू आपां कहने आ थर्ड मोस्ट इंपॉर्टेंट फूड क्रॉप रेन फैड क्रॉप क्रॉप ऑफ मॉइस्ट एरिया तो महाराष्ट्र इहदा लारजेस्ट प्रोड्यूसर है। अगला क्वेश्चन जिहड़ा हैगा वो तुहाडी स्विक्स चों है। हाउ मैनी फंडामेंटल राइट्स आर गिवन टू इंडियन सिटीजनस। भारतीय नागरिकां नूं किन्ने मौलिक अधिकार प्राप्त ने। अधिकार कित्थों दिते हुए ने बेटे ये अपने कॉन्स्टिट्यूशन च ने अपने संविधान च ने। संविधान ने कहा कि हाँ जी भारत के लोगों को आ तो मिलने ही चाहिए ने तो उन्होंने अधिकार ने। उही पूछा कहते भी किन्ने ने तो आपको पता है भी वो किन्ने ने बेटा 6। तो किहड़े ने आप भी देख लैने आ। पहला तो हैगा जी राइट टू इक्वैलिटी मतलब समानता का अधिकार। राइट टू फ्रीडम आज़ादी का अधिकार ठीक है। अगला हैगा राइट अगेंस्ट एक्सप्लॉयटेशन एक्सप्लॉयटेशन मतलब शोषण के विरुद्ध अधिकार। एक्सप्लॉयटेशन पिछली बार वो लिखा नहीं सी गया ना सही स्पैलिंग। तो शोषण जिहड़ा हुंदा किसी ते अत्याचार हुंदा उहदे विरुद्ध भी आपां नूं अधिकार दिता होया। अगला हैगा राइट टू फ्रीडम ऑफ रिलीजन। हुण इंडिया दे विच देखो आपां नूं धर्म मन्नण दी आज़ादी है आपां जिहड़ा धर्म मन्नना चाहिए आपां उहनूं मन्न सकदे हां। अगला हैगा देखो अपना कल्चरल एंड एजुकेशनल राइट्स ठीक है जी ये हो गए। तो लास्ट वाला हो गया अपना राइट टू कॉन्स्टिट्यूशनल रेमेडीज संविधानिक सुधारां का जिहड़ा अधिकार ठीक है जी। ये चाहे 6 दे 6 थोनों याद भी होने चाहिए ने क्योंकि अगली बार जरूर तो नहीं थोनों क्वेश्चन वो काउंटिंग जी पूछूगा भी हाँ जी 6 ने। तो वो ये भी पूछ सकता है भी हाँ जी आ वाला अधिकार हैगा 6 अधिकारां दे विचों या थोनों कोई ऑप्शनां दित्तियां हो सकदियां भी इहदे विचों किहड़ा अधिकार नहीं हैगा। जे थोनों 6 दे 6 याद होणगे तो तुसीं आराम नाल लभ लोगे ठीक है जी। तो इन्हां नूं भी याद कर लिओ। हुण अपने लास्ट 2 क्वेश्चन रह गए। देखो पहले 29वें उन्हें कहा है खेतरी माइनस ऑफ राजस्थान आर फेमस फॉर।
ਰਾਜਸਥਾਨ ਦੀਆਂ ਜਿਹੜੇ ਖੇਤਰੀ ਖਾਣਾ ਨੇ, ਖਾਣਾ ਮਤਲਬ ਕਿ ਧਰਤੀ ਨੂੰ ਖੋਦ ਕੇ ਕੋਈ ਚੀਜ਼ ਕੱਢਣੀ, ਉਹਦੇ ਵਿੱਚੋਂ ਕੋਈ ਖਣਿਜ ਪਦਾਰਥ ਕੱਢਣੇ। ਦੇਖੋ ਆਪਣੇ ਧਰਤੀ ਦੇ ਵਿੱਚੋਂ ਸੋਨਾ ਵੀ ਨਿਕਲਦਾ, ਕੋਲਾ ਵੀ ਨਿਕਲਦਾ ਹੈ ਨਾ, ਆਇਰਨ ਵੀ ਹੈ, ਕਾਪਰ ਵੀ ਹੈ, ਮੈਗਨੀਜ਼, ਅਬਰਕ, ਕੀ ਕੁਛ ਹੈ ਨਾ ਆਪਣੀ ਧਰਤੀ ਦੇ ਵਿੱਚੋਂ ਨਿਕਲਦਾ। ਉਹੀ ਤਾਂ ਨਹੀਂ, ਉੱਪਰ ਹੀ ਤਾਂ ਨਹੀਂ ਪਿਆ ਹੈਗਾ, ਆਪਾਂ ਨੂੰ ਪੁੱਟਣੀ ਪੈਂਦੀ ਹੈ ਧਰਤੀ, ਖਾਣਾ ਬਣਾਉਣੀਆਂ ਪੈਂਦੀਆਂ ਨੇ। ਠੀਕ ਹੈ, ਤਾਂ ਹੁਣ ਉਹਨੇ ਕਿਹਾ ਵੀ ਰਾਜਸਥਾਨ 'ਚ ਵੀ ਇੱਕ ਖਾਣਾ ਨੇ ਇੱਕ ਤਰ੍ਹਾਂ ਦੀਆਂ ਜਿਨ੍ਹਾਂ ਦਾ ਨਾਮ ਹੈ ਖੇਤਰੀ ਮਾਈਨਸ। ਵੀ ਉੱਥੇ ਕੀ ਨਿਕਲਦਾ ਹੈ, ਉਹ ਕਾਹਦੇ ਵਾਸਤੇ ਫੇਮਸ ਨੇ? ਹਾਂਜੀ, ਉਹ ਫੇਮਸ ਨੇ ਕਾਪਰ ਵਾਸਤੇ। ਠੀਕ ਹੈ ਜੀ, ਖੇਤਰੀ ਨਗਰ ਹੈ ਇੱਕ, ਉੱਥੇ ਖਾਣਾ ਪੁੱਟੀਆਂ ਗਈਆਂ ਨੇ, ਅਤੇ ਉਹ ਕਿਹਦੇ ਲਈ ਪ੍ਰਸਿੱਧ ਨੇ ਜੀ? ਤਾਂਬੇ ਲਈ। ਅੱਗੇ ਆ ਗਿਆ ਆਪਣੇ ਕੋਲੇ ਅੱਜ ਦਾ ਲਾਸਟ ਕੁਐਸਚਨ। ਇਨ 2020 ਹਾਊ ਮਚ ਲੇਬਰ ਫੋਰਸ ਆਫ ਇੰਡੀਆ ਵਰਕਡ ਇਨ ਐਗਰੀਕਲਚਰ। 2020 ਦੇ ਵਿੱਚ ਭਾਰਤ ਦੀ ਕਹਿੰਦੇ ਕਿੰਨੀ ਕਿਰਤ ਸ਼ਕਤੀ ਖੇਤੀਬਾੜੀ 'ਚ ਲੱਗੀ ਹੋਈ ਸੀ? ਬੇਟੇ ਇਹਦਾ ਸਹੀ ਆਨਸਰ ਜੇ ਆਪਾਂ ਦੇਖੀਏ ਤਾਂ ਉਹ 41.49 ਹੈ, ਜੋ ਕਿ ਜੇ ਇਹਨੂੰ ਆਪਾਂ ਦਸ਼ਮਲਵ ਨੂੰ ਹਟਾਉਣਾ ਹੋਵੇ ਤਾਂ ਉਹ 41% ਬਣਦਾ। ਬਟ ਇਹਦੇ ਵਿੱਚ ਆਪਾਂ ਨੂੰ ਕੋਈ 41% ਲੱਭ ਨਹੀਂ ਰਿਹਾ, ਤਾਂ ਆਪਾਂ ਉਹਦੇ ਨੇੜੇ ਵਾਲੀ ਆਪਸ਼ਨ ਦੇਖ ਲਾਂਗੇ, ਕਿਉਂਕਿ ਬਾਕੀ ਤਾਂ ਜਿਵੇਂ 12 ਹੈ, 30 ਹੈ ਜਾਂ 72 ਹੈ, ਉਹ ਤਾਂ ਦੂਰ ਦੂਰ ਨੇ, ਤਾਂ ਆਪਾਂ 44 ਨੂੰ ਟਿਕ ਕਰ ਸਕਦੇ ਹਾਂ। ਠੀਕ ਹੈ ਜੀ, ਤਾਂ ਐਗਜ਼ੈਕਟ ਵੀ ਯਾਦ ਰੱਖੋ ਵੀ ਕਿੰਨੀ ਲੇਬਰ ਐਗਰੀਕਲਚਰ 'ਚ ਲੱਗੀ ਹੋਈ ਸੀ? 41.49, ਵਿਚ ਇਜ਼ ਨੀਅਰਲੀ ਇਕੁਅਲ ਟੂ 44%। ਤਾਂ ਆਪਾਂ ਉਹਨੂੰ ਆਪਸ਼ਨ ਲਗਾਤੀ ਸੀ। ਤਾਂ ਇਹ ਸੀ ਬੱਚੇ ਆਪਣੇ 15 ਕੁਐਸਚਨ ਸੈਟ ਟੈਸਟ ਦੇ। ਠੀਕ ਹੈ ਜੀ, ਨੈਕਸਟ ਵੀਡੀਓ ਨਾਲ ਦੀ ਨਾਲ ਅਪਲੋਡ ਹੋ ਜੂਗੀ, ਜਿਹਦੇ ਵਿੱਚ ਤੁਹਾਡੇ ਮੈਥ ਪਾਰਟ ਦੇ 15 ਕੁਐਸਚਨਸ ਹੋਣਗੇ। ਦੋਨੋਂ ਵੀਡੀਓਜ਼ ਨੂੰ ਧਿਆਨ ਨਾਲ ਦੇਖ ਲਓ ਤਾਂ ਕਿ ਤੁਹਾਡੇ ਜਿਹੜਾ NTSC ਦੀ ਤਿਆਰੀ ਚੱਲ ਰਹੀ ਹੈ ਉਹ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਹੋ ਸਕੇ। ਠੀਕ ਹੈ ਜੀ, ਬਾਏ ਬੱਚੇ।